ਭਾਵੇਂ ਸੈਂਟਰ ਸਟੇਟ ਹੈ ਭਾਵੇਂ ਸੂਬਾ ਸਟੇਟ ਹੈ, ਕਿਉਂਕਿ ਜਿਹੜੇ ਰਾਜ ਸੱਤਾ ਦੇ ਭੁੱਖੇ ਲੋਕ ਹੁੰਦੇ ਨੇ ਉਹਨਾਂ ਨੂੰ ਧਰਮ ਜਾਂ ਧਰਮ ਗੁਰੂ ਜਾਂ ਧਰਮ ਗ੍ਰੰਥ ਜਿਹੜੇ ਨੇ ਉਹਨਾਂ ਦੇ ਆਦਰ ਨਾਲ ਸਤਿਕਾਰ ਨਾਲ ਕੋਈ ਲੈਣ ਦੇਣ ਨਹੀਂ ਹੁੰਦਾ। ਫਿਰ ਸਰਕਾਰ ਕਿਹੜੀ ਹੈ ਜਿਹੜੀ ਕਹਿੰਦੀ ਮੈਂ ਅਸੀਂ ਪੰਥਕ ਸਰਕਾਰ ਹਾਂ, ਅਕਾਲੀ ਸਰਕਾਰ ਹੈ। ਇੱਕ ਮਾਮੂਲੀ ਕਿਸੇ ਦੇ ਘਰ ਕੋਈ ਚੋਰੀ ਹੋ ਜਾਏ, ਉਹ ਕਿਤੇ ਥਾਣੇ ਜਾ ਕੇ ਰਿਪੋਰਟ ਲਿਖਾ ਕੇ ਆਉਂਦਾ ਹੈ ਤੇ ਉਹਨੂੰ ਲੱਭਣ ਵਾਸਤੇ ਵੀ ਯਤਨ ਕੀਤਾ ਜਾਂਦਾ ਹੈ। ਇੱਥੇ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ ਸਨ। ਅਸੀਂ ਮੰਨ ਕੇ ਚੱਲਦੇ ਹਾਂ, ਅਸੀਂ ਲੋਕੀ ਵੀ ਉੱਥੇ ਫੇਲ ਹੋਏ। ਅਸੀਂ ਖੂਨ ਦਾ ਬਾਟਾ ਦੇਣ ਤੱਕ ਹੀ ਜਾ ਸਕੇ ਹਾਂ। ਬਾਟਾ ਦੇਣ ਤੋਂ ਬਾਅਦ ਅਸੀਂ ਖੂਨ ਦੀ ਕੀਮਤ ਦਾ ਅਹਿਸਾਸ ਨਹੀਂ ਕਰਵਾ ਪਾਏ। ਇੱਥੇ ਕੀ ਹੁੰਦਾ, ਸਿਆਸੀ ਬਦਲਾਖੋਰੀ ਦੇ ਲੈਕਚਰ ਸੁਣਨ ਲਈ ਮਿਲਦੇ ਨੇ, ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਗੱਲ ਚੱਲਦੀ ਹੈ। ਸਿੱਖ ਆਪਣੇ ਕੌਮੀ ਫਰਜ਼ਾਂ ਪ੍ਰਤੀ ਜਥੇਬੰਦ ਹੈ ਹੀ ਨਹੀਂ। ਤਾਂ ਸਾਡਾ ਮੱਥਾ ਠਣਕਦਾ ਸੀ, ਯਾ ਖੁਦਾ ਅਸੀਂ ਤਾਂ ਗੁਰੂ ਦੇ ਸਤਿਕਾਰ ਦੀ ਲੜਾਈ ਲੜਦੇ ਪਏ ਹਾਂ, ਇਹ ਲੋਕੀ ਕੀ ਕਰਦੇ ਪਏ ਨੇ ਕਿ ਸਾਨੂੰ ਕੁਰਸੀਆਂ ਮਿਲ ਜਾਣਗੀਆਂ, ਪੰਜਾਬ ਦੀ ਸੱਤਾ ਲੈ ਲਵਾਂਗੇ। ਤੇ ਉਹਨਾਂ ਨੇ ਕੀ ਕੱਢਿਆ? ਇੱਕ ਮਾਮੂਲੀ ਕਿਸੇ ਦੇ ਘਰ ਕੋਈ ਚੋਰੀ ਹੋ ਜਾਏ, ਉਹ ਕਿਤੇ ਥਾਣੇ ਜਾ ਕੇ ਰਿਪੋਰਟ ਲਿਖਾ ਕੇ ਆਉਂਦਾ ਹੈ ਤੇ ਉਹਨੂੰ ਲੱਭਣ ਵਾਸਤੇ ਵੀ ਯਤਨ ਕੀਤਾ ਜਾਂਦਾ ਹੈ। ਇੱਥੇ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ ਸਨ। ਫਿਰ ਵੀ ਸਰਕਾਰ ਕਿਉਂ ਸੁੱਤੀ ਰਹੀ? ਫਿਰ ਸਰਕਾਰ ਕਿਹੜੀ ਹੈ ਜਿਹੜੀ ਕਹਿੰਦੀ ਮੈਂ ਅਸੀਂ ਪੰਥਕ ਸਰਕਾਰ ਹਾਂ, ਅਕਾਲੀ ਸਰਕਾਰ ਹੈ। ਕਿਸੇ ਵੀ ਮਸਲੇ ਦਾ ਇੱਕੋ ਹੱਲ ਹੁੰਦਾ ਹੈ, ਸਿਰ ਜੋੜ ਕੇ ਮਿਲ ਕੇ ਬੈਠਣਾ। ਤੁਸੀਂ ਵੇਖਿਆ ਹੋਵੇਗਾ ਬਹੁਤ ਵੱਡੀਆਂ ਵੱਡੀਆਂ ਜੰਗਾਂ ਹੁੰਦੀਆਂ ਨੇ ਤੇ ਅਖੀਰ ਦੇ ਵਿੱਚ ਜਾ ਕੇ ਸਿੱਟਾ ਕੀ ਨਿਕਲਦਾ ਹੈ? ਇਨਸਾਨ ਕੁਰਸੀ ਦੇ ਉੱਪਰ ਬੈਠ ਕੇ ਅਹਿਮ ਫੈਸਲੇ ਕਰਦਾ ਹੈ, ਵਿਚਾਰ ਕਰਦਾ ਹੈ ਤੇ ਉਸ ਵਿਚਾਰ ਦੇ ਵਿੱਚੋਂ ਚੰਗੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਜਾਂਦੀਆਂ ਨੇ ਤੇ ਫੈਸਲੇ ਸਾਹਮਣੇ ਆ ਜਾਂਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਹੈ। ਜੇ ਆਪਾਂ ਉਸ ਮਸਲੇ ਦੀ ਗੱਲ ਕਰੀਏ ਤਾਂ ਸਿੱਖ ਜਿਹੜੇ ਨੇ ਉਹ ਆਪਣੀ ਅਹਿਮ ਭੂਮਿਕਾ ਨਿਭਾਉਂਦੇ ਨੇ, ਜਿੰਨਾ ਕੁ ਹੋ ਸਕਦਾ ਹੈ ਫਰਜ਼ ਅਦਾ ਕਰਦੇ ਨੇ। ਗੋਲੀਆਂ ਚੱਲਦੀਆਂ ਨੇ ਤੇ ਸਰਕਾਰ ਦੇ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਵੀ ਬਾਗੀ ਹੋਈ ਪੁਲਿਸ ਸੀਗੀ, ਜਿਹੜੀ ਅਣਪਛਾਤੀ ਪੁਲਿਸ ਜਿਹੜੀ ਸੀ ਉਹਨੇ ਹਮਲਾ ਕਰ ਦਿੱਤਾ। ਕੀ ਪੁਲਿਸ ਜਿਹੜੀ ਹੈ ਉਹ ਵਾਕਈ ਅਣਪਛਾਤੀ ਹੁੰਦੀ ਹੈ? ਇਹ ਬਹੁਤ ਸਾਰੇ ਸਵਾਲ ਲੰਮੇ ਸਮੇਂ ਤੋਂ ਸਾਡੇ ਵਿੱਚ ਚੱਲਦੇ ਆ ਰਹੇ ਨੇ। ਮੈਂ ਗੱਲ ਕਹਿ ਰਿਹਾ ਸੀ ਵੀ ਜਦੋਂ ਤੱਕ ਇਕੱਠੇ ਹੋ ਕੇ ਨਹੀਂ ਬੈਠਦੇ, ਸਾਡੇ ਵਿੱਚ ਵੰਡੀਆਂ ਬਹੁਤ ਸਾਰੀਆਂ ਨੇ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜ਼ਰੂਰ ਪੜ੍ਹਦੇ ਹਾਂ, ਹੋਏ ਇਕੱਤਰ ਮਿਲੋ ਮੇਰੇ ਭਾਈ ਦੀ ਗੱਲ ਸਮਝਣ ਦਾ ਯਤਨ ਅਸੀਂ ਬਹੁਤ ਘੱਟ ਕੀਤਾ ਹੈ। ਪਤਾ ਨਹੀਂ ਕੀ ਕਾਰਨ ਨੇ ਕਿ ਸਿਰ ਜੋੜ ਕੇ ਮਿਲ ਕੇ ਬੈਠਣਾ ਨਹੀਂ ਚਾਹੁੰਦੇ। ਗਿਆਨੀ ਕੇਵਲ ਸਿੰਘ ਜੀ ਸਾਡੇ ਨਾਲ ਨੇ, ਇਸੇ ਵਿਸ਼ੇ 'ਤੇ ਆਪਾਂ ਨੇ ਗੱਲਬਾਤ ਕਰਨੀ ਹੈ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮਾਂ ਕਾਫੀ ਹੋ ਗਿਆ ਜੀ, 6 ਸਾਲ ਦਾ ਸਮਾਂ ਹੋ ਗਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਨੂੰ। ਜੇ ਆਪਾਂ ਬਰਗਾੜੀ ਦੀ ਗੱਲ ਕਰਦੇ ਹਾਂ, ਕਾਰਨ ਕੀ ਨੇ? ਇਹ ਕਾਰਨ ਲੱਭਣ ਦੀ ਆਪਾਂ ਕੋਸ਼ਿਸ਼ ਕਰੀਏ। ਤੁਸੀਂ ਵੀ ਅੱਜ ਜਿਹੜੀ ਹੈਗੀ ਹੈ ਪੰਥਕ ਅਸੈਂਬਲੀ ਬੁਲਾਈ ਹੈ ਤੇ ਇਹਦੇ ਵਿੱਚ ਬਕਾਇਦਾ ਇਕੱਤਰਤਾ ਹੋਈ ਹੈ, ਬਕਾਇਦਾ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ ਨੇ। ਕਾਰਨ ਕੀ ਨੇ ਵੀ ਬੇਅਦਬੀ ਹੋ ਜਾਂਦੀ ਹੈ ਤੇ ਉਹਦਾ ਹੱਲ ਲੱਭਣ ਦੀ ਕੋਸ਼ਿਸ਼ ਕਿਉਂ ਨਹੀਂ ਆ ਰਹੀ ਸਾਹਮਣੇ? ਪਹਿਲੀ ਗੱਲ ਤਾਂ ਇਹ ਕਿ ਬੇਅਦਬੀ ਜਿਹੜੀ ਜੋ ਵੀ ਘਟਨਾਵਾਂ ਵਾਪਰਦੀਆਂ ਨੇ, ਇਹਨਾਂ ਪਿੱਛੇ ਇੱਕ ਨੀਅਤ ਕੰਮ ਕਰ ਰਹੀ ਹੁੰਦੀ ਹੈ। ਉਹ ਸਟੇਟ ਦੀ ਨੀਅਤ ਹੁੰਦੀ ਹੈ, ਭਾਵੇਂ ਸੈਂਟਰ ਸਟੇਟ ਹੈ ਭਾਵੇਂ ਸੂਬਾ ਸਟੇਟ ਹੈ। ਕਿਉਂਕਿ ਜਿਹੜੇ ਰਾਜ ਸੱਤਾ ਦੇ ਭੁੱਖੇ ਲੋਕ ਹੁੰਦੇ ਨੇ ਉਹਨਾਂ ਨੂੰ ਧਰਮ ਜਾਂ ਧਰਮ ਗੁਰੂ ਜਾਂ ਧਰਮ ਗ੍ਰੰਥ ਜਿਹੜੇ ਨੇ ਉਹਨਾਂ ਦੇ ਆਦਰ ਨਾਲ ਸਤਿਕਾਰ ਨਾਲ ਕੋਈ ਲੈਣ ਦੇਣ ਨਹੀਂ ਹੁੰਦਾ। ਉਹ ਹਮੇਸ਼ਾ ਆਪਣੀ ਕੁਰਸੀ ਦੀ ਪ੍ਰਾਪਤੀ ਲਈ ਵਾਤਾਵਰਨ ਬਣਾਉਣ ਦੇ ਲਈ ਕੰਮ ਕਰਦੇ ਨੇ। ਅਸੀਂ ਮੰਨ ਕੇ ਚੱਲ ਰਹੇ ਹਾਂ, ਭਾਵੇਂ ਉਹ ਨਕੋਦਰ ਕਾਂਡ ਦਾ ਵਾਪਰੀ ਘਟਨਾ ਸੀ ਜਾਂ ਉਸ ਤੋਂ ਬਾਅਦ ਇਹ ਬਰਗਾੜੀ ਵਿੱਚ ਵਾਪਰੀਆਂ ਸਾਡੇ 15 ਦੀਆਂ ਘਟਨਾਵਾਂ ਨੇ ਜਿਹੜੀਆਂ ਸਾਡੇ ਸਾਹਮਣੇ ਸ਼ੁਰੂ ਹੁੰਦੀਆਂ ਨੇ, ਜਿਹੜੀਆਂ ਸਾਡੇ ਲਈ ਪੀੜਾ ਦਾ ਕਾਰਨ ਬਣੀਆਂ ਨੇ। ਇਹ ਕੋਈ ਅਚਨਚੇਤ ਵਾਪਰੀਆਂ ਹੋਈਆਂ ਘਟਨਾਵਾਂ ਨਹੀਂ ਹਨ। ਇਹ ਤਾਂ ਪਿਛਲੇ ਪਾਸੇ ਇੱਕ ਬਹੁਤ ਲੰਮੀ ਚੌੜੀ ਸਾਜ਼ਿਸ਼ ਹੈ ਜਿਹੜੀਆਂ ਸਾਡੀਆਂ ਸਟੇਟਾਂ ਨੇ, ਜਿਹੜੀਆਂ ਸਰਕਾਰਾਂ ਨੇ, ਇਹਨਾਂ ਦੀਆਂ ਬਦਨੀਤਾਂ ਨੇ ਜਾਂ ਰਾਜਨੀਤਿਕ ਧਿਰਾਂ ਨੇ, ਇਹ ਲੋਕੀ ਇੱਦਾਂ ਦੇ ਵਾਤਾਵਰਨ ਨੂੰ ਸਿਰਜ ਕੇ ਉਹਦੇ ਵਿੱਚੋਂ ਆਪਣੀ ਸੱਤਾ ਨੂੰ ਲੱਭਣ ਦਾ ਯਤਨ ਕਰਦੇ ਨੇ। ਉਹਦਾ ਮੋਹਰਾ ਕੋਈ ਵੀ ਬਣ ਸਕਦਾ ਹੈ ਜਿਹੜਾ ਉਹਨਾਂ ਦੇ ਹੱਕ ਵਿੱਚ ਭੁਗਤਦਾ ਹੈ ਜਾਂ ਭੁਗਤਾਇਆ ਜਾ ਸਕਦਾ ਹੈ ਜਾਂ ਕਿਸੇ ਤਰ੍ਹਾਂ ਵਾਤਾਵਰਨ ਸਿਰਜਿਆ ਜਾ ਸਕਦਾ ਹੈ। ਉਹ ਵਾਤਾਵਰਨ ਸਿਰਜਦੇ ਨੇ, ਅਸੀਂ ਇਹ ਵੀ ਮੰਨ ਕੇ ਚੱਲਦੇ ਹਾਂ। ਅਤੇ 15 ਜਿਹੜਾ ਹੈ ਇਹ ਜੋ ਕੁਝ ਹੋਇਆ ਹੈ ਇਹ ਮਗਲੇ ਪਾਸੇ ਕਿਤੇ ਨਾ ਕਿਸੇ ਉਹ ਤਰ੍ਹਾਂ ਨੂੰ ਨਾਲ ਵਰਤਿਆ ਜਾਂਦਾ ਹੈ ਜਿਹੜੀਆਂ ਉਹਨਾਂ ਦੇ ਹੱਥ ਠੋਕਾ ਬਣ ਕੇ ਵਰਤਦੀਆਂ ਨੇ। ਇਹੀ ਕਾਰਨ ਹੈ ਕਿ ਸਰਕਾਰਾਂ ਉਹਦੇ ਮਗਰ ਨਹੀਂ ਜਾਂਦੀਆਂ। ਹਾਂਜੀ, ਜੇ ਕੋਈ ਆਵਾਜ਼ ਉਠਾਉਂਦਾ ਹੈ
ਉਸ ਆਵਾਜ਼ ਨੂੰ ਦਬਾਉਣ ਦੇ ਲਈ ਕੋਸ਼ਿਸ਼ ਕੀਤੀ ਜਾਂਦੀ ਹੈ, ਉਹਨੂੰ ਹੋਰ ਤਰ੍ਹਾਂ ਅਪਮਾਨਿਤ ਕਰਨ ਦਾ ਯਤਨ ਕੀਤਾ ਜਾਂਦਾ। ਅਤੇ 15 ਵਿੱਚ ਸਾਰਾ ਕੁਝ ਸਾਡੇ ਸਾਹਮਣੇ ਪਿਆ ਹੋਇਆ ਹੈ। ਜੇ ਮੰਨ ਲਓ ਕਿ 1 ਜੂਨ ਦਾ ਵਾਕਿਆ ਹੈ, 1 ਜੂਨ ਦੇ ਵਾਕਿਆ ਤੋਂ ਲੈ ਕੇ ਅਕਤੂਬਰ ਤੱਕ ਦੇ ਕਿੰਨੇ ਮਹੀਨੇ ਬਣ ਜਾਂਦੇ ਨੇ, ਤਕਰੀਬਨ 9 ਮਹੀਨੇ ਦਾ ਅਰਸਾ ਵਿਚਕਾਰ ਚੱਲਦਾ ਹੈ। ਕਿ ਇੱਕ ਮਾਮੂਲੀ ਕਿਸੇ ਦੇ ਘਰ ਕੋਈ ਚੋਰੀ ਹੋ ਜਾਏ, ਉਹ ਕਿਤੇ ਥਾਣੇ ਜਾ ਕੇ ਰਿਪੋਰਟ ਲਿਖਾ ਕੇ ਆਉਂਦਾ ਹੈ ਅਤੇ ਉਹਨੂੰ ਲੱਭਣ ਵਾਸਤੇ ਵੀ ਯਤਨ ਕੀਤਾ ਜਾਂਦਾ ਹੈ। ਇੱਥੇ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ ਸਨ, ਜਿਨ੍ਹਾਂ ਦੇ ਬਾਰੇ ਸਭ ਰੌਲਾ ਵੀ ਪਿਆ, ਧਰਨੇ ਵੀ ਦਿੱਤੇ ਗਏ, ਸਭ ਕੁਝ ਹੋਇਆ। ਫਿਰ ਵੀ ਸਰਕਾਰ ਕਿਉਂ ਸੁੱਤੀ ਰਹੀ? ਫਿਰ ਸਰਕਾਰ ਕਿਹੜੀ ਹੈ ਜਿਹੜੀ ਕਹਿੰਦੀ ਮੈਂ ਅਸੀਂ ਪੰਥਕ ਸਰਕਾਰ ਹਾਂ, ਅਕਾਲੀ ਸਰਕਾਰ ਹੈ? ਉਹਦਾ ਸੁੱਤੇ ਰਹਿਣ ਦਾ ਕੀ ਕਾਰਨ ਹੈ? ਉਹ ਕਾਰਨ ਹੈ ਕਿ ਉਹਨਾਂ ਦਾ ਜੇ ਮਨਸ਼ਾ ਨਹੀਂ ਪੂਰੀ ਹੋਈ, ਅਗਲਾ ਮੌਕਾ ਸਿਰਜਣਾ ਚਾਹੁੰਦੇ ਨੇ ਕਿ ਜਦੋਂ ਵੋਟਾਂ ਦਾ ਇੱਕ ਜਿਹੜਾ ਜੁੱਟ ਹੈ, ਸਮੂਹ ਹੈ, ਉਹਨੂੰ ਆਪਣੇ ਮਗਰ ਲਾਇਆ ਜਾ ਸਕੇ। ਉਹ ਕਿਸੇ ਹੋਰ ਭਿਆਨਕ ਸਮੇਂ ਦਾ ਇੰਤਜ਼ਾਰ ਕਰਨ। ਉਸ ਫਿਰ ਅੱਗੇ ਚੱਲ ਕੇ ਵਾਕਿਆ ਹੁੰਦਾ ਹੈ ਜਦੋਂ ਸਤੰਬਰ ਮਹੀਨੇ ਦੇ ਵਿੱਚ ਉੱਥੇ ਇਸ਼ਤਿਹਾਰ ਲੱਗ ਜਾਂਦੇ ਨੇ ਕਿ ਸਿੱਖੋ ਤੁਹਾਡਾ ਗੁਰੂ ਸਾਡੇ ਕੋਲ ਹੈ, ਜੇ ਤੁਹਾਡੇ ਕੋਲ ਹਿੰਮਤ ਹੈਗੀ ਤਾਂ ਲੱਭ ਲਓ। 2-4 ਪ੍ਰਚਾਰਕਾਂ ਦੇ ਨਾਮ ਵਿੱਚ ਲਿਖੇ ਜਾਂਦੇ ਨੇ। ਫਿਰ ਵੀ ਸਰਕਾਰ ਸੁੱਤੀ ਰਹਿੰਦੀ ਹੈ, ਏਜੰਸੀਆਂ ਸੁੱਤੀਆਂ ਰਹਿੰਦੀਆਂ ਨੇ। ਜੇ ਅਸੀਂ ਤਾਂ ਕਹਿੰਦੇ ਜੇ ਬੰਦੇ ਟਰੇਪ ਕਰਨੇ ਹੁੰਦੇ, ਲੱਭਣੇ ਹੁੰਦੇ, ਕਿਹੜਾ ਔਖਾ ਜੀ? ਭਿੱਖ ਬਦਲ ਕੇ ਲੱਭ ਸਕਦੇ ਨੇ, 100 ਤਰ੍ਹਾਂ ਦੇ ਜਾਲ ਖਿਲਾਰ ਕੇ ਲੱਭ ਸਕਦੇ ਨੇ। ਆਪਾਂ ਦੇਖਦੇ ਹਾਂ ਗੈਂਗਸਟਰ ਜੀ ਕਲਕੱਤੇ ਜਾ ਕੇ ਮਾਰ ਸਕਦੇ। ਕਿਵੇਂ ਪਤਾ ਲੱਗਾ ਉਹ ਕਲਕੱਤੇ ਗਏ? ਅੰਤ ਲੱਭਿਆ ਤਾਂ ਕਲਕੱਤੇ ਗਏ ਨਾ ਜੀ। ਹੋਰ ਵੀ ਕਈ ਤਰ੍ਹਾਂ ਦੇ ਵਾਕਿਆਤ ਹੁੰਦੇ, ਕਿਸੇ ਰਾਜੇ ਮਹਾਰਾਜੇ ਜਾਂ ਮੰਤਰੀ ਸੰਤਰੀ ਤੋਂ ਕੋਈ ਚੀਜ਼ ਗਵਾਚਦੀ ਹੈ ਅਤੇ ਉਹਨੂੰ ਕਿੱਥੇ ਜਾ ਕੇ ਲੱਭ ਕੇ ਰਾਤੋਂ ਰਾਤ ਸਜ਼ਾ ਦਿੱਤੀ ਜਾਂਦੀ ਹੈ। ਇਹ ਤਾਂ ਮਤਲਬ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਇੱਜ਼ਤ ਸਤਿਕਾਰ ਦੀ ਜਿਹੜੀ ਗੱਲ ਹੈ, ਇਹਨੂੰ ਸਿੱਖਾਂ ਦੇ ਪ੍ਰਤੀ ਉਸ ਤਰ੍ਹਾਂ ਦਾ ਉਸ ਤਰ੍ਹਾਂ ਬਰਕਰਾਰ ਰਹਿਣ ਦਿੱਤਾ ਜਾਏ। ਇਹ ਅਪਮਾਨ ਕਰਕੇ ਸਿੱਖਾਂ ਨੂੰ ਸਿਧਾਂਤ ਤੋਂ ਭਟਕਾਉਣਾ ਚਾਹੁੰਦੇ ਨੇ, ਗੁਰੂ ਪਿਆਰ ਵਿਸ਼ਵਾਸ ਤੋਂ ਤੋੜਨਾ ਚਾਹੁੰਦੇ ਨੇ, ਨੀਵਾਂ ਦਿਖਾਉਣਾ ਚਾਹੁੰਦੇ ਨੇ। ਇਸ ਲਈ ਇਹਨਾਂ ਘਟਨਾਵਾਂ ਨੂੰ ਸਿਰਜਿਆ ਜਾਂਦਾ ਹੈ। ਇਹ ਸਿੱਖਾਂ ਨਾਲ ਹੀ ਕਿਉਂ ਹੁੰਦਾ ਜੀ? ਬਹੁਤ ਸਾਰੀਆਂ ਚੀਜ਼ਾਂ ਇੱਦਾਂ ਸਾਹਮਣੇ ਆਉਂਦੀਆਂ ਨੇ ਵੀ ਜਦੋਂ ਉਹਨਾਂ ਨੂੰ ਆਪ ਨੂੰ ਲੋੜ ਪੈਂਦੀ ਹੈ ਤਾਂ ਤੁਰੰਤ ਹੀ ਅਹਿਮ ਫੈਸਲੇ ਲਏ ਜਾਂਦੇ ਨੇ। ਸਿੱਖਾਂ ਦੇ ਜਿਹੜੇ ਇੱਦਾਂ ਦੇ ਮਸਲੇ ਬਣਦੇ ਨੇ ਉਹ ਟੋਕਰੀ ਦੇ ਵਿੱਚ ਸੁੱਟ ਦਿੱਤੇ ਜਾਂਦੇ ਨੇ, ਚਾਹੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ ਹੋਵੇ, ਚਾਹੇ ਹੋਰ ਬਹੁਤ ਸਾਰੇ ਮਸਲੇ ਹੋਣ। ਸਨ ਜੂਨ 84 ਦੀ ਆਪਾਂ ਗੱਲ ਕਰਦੇ ਹਾਂ ਅਤੇ ਸਨ 47 ਵੇਲੇ ਦੀ ਗੱਲ ਕਰਦੇ ਹਾਂ ਅਤੇ ਉਦੋਂ ਬਾਅਦ ਵਿੱਚ ਨਵੰਬਰ ਮਹੀਨੇ ਦੀ ਗੱਲ ਕਰਦੇ ਹਾਂ 84 ਦੀ। ਇਹ ਸਾਰੇ ਜਿਹੜੇ ਰੱਦੀ ਦੀ ਟੋਕਰੀ 'ਚ ਕਿਉਂ ਸਿੱਟਿਆ ਜਾਂਦਾ ਸਾਰਾ ਕੁਝ? ਵੱਡਾ ਕਾਰਨ ਹੈ ਜੀ ਜੋ ਅਸੀਂ ਮਹਿਸੂਸ ਕਰਦੇ ਹਾਂ। ਸਿੱਖ ਆਪਣੇ ਕੌਮੀ ਫਰਜ਼ਾਂ ਪ੍ਰਤੀ ਜਥੇਬੰਦ ਹੈ ਹੀ ਨਹੀਂ ਹੈ। ਉਹ ਸਰਕਾਰ ਜਾਣਦੀ ਹੈ ਕਿ ਇਹਨਾਂ 'ਚ ਕੋਈ ਇਸ ਤਰ੍ਹਾਂ ਦੀ ਜਥੇਬੰਦੀ ਨਹੀਂ ਹੈ ਜਿਹੜੀ ਸਾਡੇ ਉੱਤੇ ਕੋਈ ਦਬਾਅ ਪਾ ਸਕੇ ਜਾਂ ਆਪਣੇ ਹੱਕ ਦੀ ਲੜਾਈ ਨੂੰ ਜਿਸ ਤਰ੍ਹਾਂ ਲਾਮਬੰਦੀ ਨਾਲ ਲੜਨਾ ਚਾਹੀਦਾ ਉਹਦਾ ਪ੍ਰਬੰਧ ਕਰ ਸਕੇ। 1984 ਦੇਖ ਲਓ ਜੂਨ ਦਾ, ਕਿਹੜੀ ਧਿਰ ਨੇ ਮੁੱਦਾ ਉਠਾਇਆ ਜੀ? ਕਿ ਸ਼੍ਰੋਮਣੀ ਕਮੇਟੀ ਉਠਾ ਸਕੀ ਜਾਂ ਸ਼੍ਰੋਮਣੀ ਕਮੇਟੀ ਬਾਹਰ ਦੀਆਂ ਉਹ ਧਿਰਾਂ ਜਿਹੜੀਆਂ ਸਰਬੱਤ ਖਾਲਸਾ ਕਰਦੀਆਂ ਰਹੀਆਂ, ਸ਼੍ਰੋਮਣੀ ਨੂੰ ਭੰਗ ਕਰਨ ਦੇ ਮਤੇ ਪਾਉਂਦੀਆਂ ਰਹੀਆਂ, ਕਿ ਉਹਨਾਂ ਨੇ ਜੂਨ 84 ਨੂੰ ਲੈ ਕੇ ਕੋਈ ਆਪਣਾ ਦਬਾਅ ਬਣਾਉਣ ਦਾ ਵਾਤਾਵਰਨ ਸਿਰਜਿਆ? ਹਾਂਜੀ, ਉਸ 1984 ਦਿੱਲੀ ਦਾ ਆਪਾਂ ਲਾ ਲੈਂਦੇ ਹਾਂ, ਉਹਦੇ ਸਾਡੀ ਕਤਲੇਆਮ ਹੋਈ, ਦੇਸ਼ ਭਰ ਵਿੱਚ ਕਤਲੇਆਮ ਹੋਈ। ਇੱਕ ਵੀ ਸਾਡੀ ਧਿਰ ਨਹੀਂ ਅੱਜ ਤੱਕ ਰਹੀ ਜਿਹੜੀ ਲੰਮੀ ਲੜਾਈ ਲੜਨ ਦੇ ਲਈ ਅਸੀਂ ਆਪਣੀ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਵੀ ਕਰ ਸਕੀਏ, ਭਾਰਤੀ ਹਕੂਮਤ ਦੇ ਉੱਤੇ, ਸਟੇਟ ਦੇ ਉੱਤੇ ਦਬਾਅ ਵੀ ਬਣਾ ਸਕੀਏ, ਦੂਜੇ ਭਾਈਚਾਰਿਆਂ ਦਾ ਸਮਰਥਨ ਲੈ ਕੇ ਆਪਣਾ ਤਾਕਤ ਵਧਾ ਕੇ ਅਸੀਂ ਆਪਣੇ ਕਿਸੇ ਤਾਂ ਨਤੀਜੇ ਲਈ ਜਾਣ ਲਈ ਮਜਬੂਰ ਕਰ ਸਕੀਏ। ਸਾਡੇ ਕੋਲ ਨਹੀਂ ਹੈ, ਅਸੀਂ ਇਕੱਠਾ ਨਹੀਂ। ਇਸ ਤਰ੍ਹਾਂ ਹੀ ਬਰਗਾੜੀ ਦਾ ਜੋ ਵਾਕਿਆਤ ਹੈ ਉਸ ਤੋਂ ਬਾਅਦ ਵੀ ਕੋਈ ਨਹੀਂ ਜੀ। ਅਸੀਂ ਦੇਖ ਲਓ ਸ਼੍ਰੋਮਣੀ ਕਮੇਟੀ ਤਾਂ ਪਹਿਲਾਂ ਹੀ ਕਿਨਾਰਾ ਕਰ ਗਈ, ਅਕਾਲੀ ਦਲ ਵੀ ਪਹਿਲਾਂ ਕਿਨਾਰਾ ਕਰ ਗਿਆ। ਉਸ ਤੋਂ ਬਾਅਦ ਜਿਹੜੇ ਉੱਥੇ 4 ਪ੍ਰਚਾਰਕ ਬੈਠੇ ਸਨ, 15 ਬੰਦਿਆਂ 'ਤੇ ਉੱਥੇ ਕੇਸ ਸਾਡੇ 'ਤੇ 307 ਦੇ ਮੁਕੱਦਮੇ ਬਣਦੇ ਨੇ। ਮੈਂ ਤਾਂ ਉਸ ਸਮੇਂ ਚਾਹੁੰਦੇ ਸੀ ਕਿ ਅਸੀਂ 15 ਬੰਦੇ ਪੂਰੇ ਪੰਜਾਬ ਦੇ ਵਿੱਚ ਗੇੜਾ ਕੱਢ ਕੇ ਲੋਕਾਂ ਨੂੰ ਇਸੇ ਮੁੱਦੇ 'ਤੇ ਲਾਭਬੰਦ ਕਰ ਜਾਂਦੇ ਅਤੇ ਸ਼ਾਇਦ ਸਾਨੂੰ ਨਾ ਸ਼੍ਰੋਮਣੀ ਕਮੇਟੀ ਦੀ ਨਾ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਲੋੜ ਨਾ ਪੈਂਦੇ। ਅਸੀਂ ਪੰਜਾਬ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੇ ਪਿਆਰ ਸਤਿਕਾਰ ਵਾਲਾ ਇੱਕ ਇਹੋ ਜਿਹਾ ਦਬਾਅ ਬਣਾ ਸਕਦੇ ਸੀ ਕਿ ਅੱਜ ਤੱਕ ਉਹਦਾ ਇਨਸਾਫ ਮਿਲ ਸਕਦਾ। ਅਸੀਂ ਮੰਨ ਕੇ ਚੱਲਦੇ ਹਾਂ, ਅਸੀਂ ਲੋਕੀ ਵੀ ਉੱਥੇ ਫੇਲ ਹੋਏ ਹਾਂ। ਅਸੀਂ ਖੂਨ ਦਾ ਬਾਟਾ ਦੇਣ ਤੱਕ ਹੀ ਜਾ ਸਕੇ ਹਾਂ। ਬਾਟਾ ਦੇਣ ਤੋਂ ਬਾਅਦ ਅਸੀਂ ਖੂਨ ਦੀ ਕੀਮਤ ਦਾ ਅਹਿਸਾਸ ਨਹੀਂ ਕਰਵਾ ਪਾਏ। ਅਤੇ ਜੇ ਅਸੀਂ ਖੂਨ ਦੀ ਕੀਮਤ ਦਾ ਅਹਿਸਾਸ ਕਰਾ ਪਾਉਂਦੇ, ਸ਼ਾਇਦ ਕਿਉਂ ਨਹੀਂ ਕਰਾ ਪਾਏ? ਕਿਉਂਕਿ ਵਿਚਕਾਰ ਕੁਝ ਉਹ ਧਿਰਾਂ ਆ ਗਈਆਂ ਜਿਨ੍ਹਾਂ ਨੇ ਉਸ ਵਾਤਾਵਰਨ ਦੇ ਵਿੱਚੋਂ ਆਪਣੀ ਸੱਤਾ ਦੀਆਂ ਵੋਟਾਂ ਇਕੱਠੀਆਂ ਕਰਨ ਦਾ ਯਤਨ ਕੀਤਾ, ਜਿਨ੍ਹਾਂ ਨੇ ਚੱਬੇ ਉੱਤੇ ਜਾ ਕੇ ਸਰਬੱਤ ਖਾਲਸਾ ਕੀਤਾ। ਉਹ ਧਿਰਾਂ ਸਨ ਜਿਨ੍ਹਾਂ ਦੇ ਬਾਰੇ ਅਸੀਂ ਦੇਖਿਆ ਸੀ ਕਿ ਜੇ ਸ਼ਹੀਦਾਂ ਦਾ ਭੋਗ ਨਹੀਂ ਸੀ ਪਿਆ ਉੱਥੇ, ਜਦੋਂ ਅਸੀਂ ਬਰਗਾੜੀ ਵਿੱਚ ਪਾਇਆ, ਇਹਨਾਂ ਪਹਿਲਾਂ ਹੀ ਕਿਸੇ ਨੇ ਮੁੱਖ ਮੰਤਰੀ ਦੀ ਕੁਰਸੀ ਵੰਡ ਲਈ ਸੀ,
ਕਿਸੇ ਨੇ ਪਹਿਲਾਂ ਹੀ ਵੋਟਾਂ ਦੇ MLA ਦੇ ਟਿਕਟਾਂ ਵੰਡਣ ਦੀ ਗੱਲ ਕਰ ਲਈ ਸੀ। ਇਹ ਤਰ੍ਹਾਂ ਦੀਆਂ ਗੱਲਾਂ CID ਰਾਹੀਂ ਸਾਡੇ ਕੰਨਾਂ ਤੱਕ ਵੀ ਪਹੁੰਚੀਆਂ ਸਨ ਤੇ ਸਾਡਾ ਮੱਥਾ ਠਣਕਦਾ ਸੀ, ਯਾ ਖੁਦਾ ਅਸੀਂ ਤੇ ਗੁਰੂ ਦੇ ਸਤਿਕਾਰ ਦੀ ਲੜਾਈ ਲੜਦੇ ਪਏ ਹਾਂ। ਇਹ ਲੋਕੀ ਕੀ ਕਰਦੇ ਪਏ ਨੇ ਕਿ ਸਾਨੂੰ ਕੁਰਸੀਆਂ ਮਿਲ ਜਾਣਗੀਆਂ, ਪੰਜਾਬ ਦੀ ਸੱਤਾ ਲੈ ਲਵਾਂਗੇ, ਤੇ ਉਹਨਾਂ ਨੇ ਕੀ ਕੱਢਿਆ। ਜਾਣੀ ਕਿ ਆਪਾਂ ਇਹ ਕਹਿ ਸਕਦੇ ਹਾਂ ਸਿੰਘ ਸਾਹਿਬ ਜੀ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਕੋਈ ਇਹਨਾਂ ਨੂੰ ਅਹਿਸਾਸ ਤੱਕ ਨਹੀਂ ਹੈਗਾ, ਇਹਨਾਂ ਨੂੰ ਕੇਵਲ ਆਪਣੇ ਵੋਟਾਂ ਤੱਕ ਮਤਲਬ ਹੈ। ਅਸੀਂ ਕਹਿੰਦੇ ਇੱਕ ਤਾਂ ਸੱਤਾਧਾਰੀ ਲੋਕ ਨੇ ਜਾਂ ਰਾਜਨੀਤਿਕ ਧਿਰਾਂ ਖੁੱਲੀਆਂ ਦੇਣੀਆਂ ਦਿਖਾਈ ਦੇ, ਇੱਕ ਜਿਹੜੇ ਸੱਤਾ ਵਿੱਚ ਅਜੇ ਤੱਕ ਨਹੀਂ ਵੀ ਗਏ ਤੇ ਸੱਤਾ ਦੇ ਸੁਪਨੇ ਲੈਂਦੇ ਨੇ ਨਾ, ਉਹਨਾਂ ਵਿੱਚ ਵੀ ਓਡੀ ਵੱਡੀ ਲਾਲਸਾ ਹੈ ਜਿੰਨੀ ਸੱਤਾਧਾਰੀ ਜਿਹਨੇ ਸੱਤਾ ਮਾਣ ਲਈ ਉਹਨੇ ਵੱਡੇ ਵੱਡੇ ਮਹਿਲ ਜਿਹੜੇ ਨੇ ਰਾਤੋਂ ਰਾਤ ਅੱਖਾਂ ਦੇ ਅੱਗੇ ਉਸਾਰ ਲੈਂਦੇ ਨੇ ਵੀ ਅਸੀਂ ਵੀ ਹੁਣ ਸੱਤਾ 'ਚ ਆ ਜਾਣਾ। ਉਸਾਰਦੇ ਨੇ। ਇਸ ਕਰਕੇ ਆ ਨੌਜਵਾਨ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਅੱਜ ਵੀ ਜਦੋਂ ਅਸੀਂ ਤੀਜੀ ਅਸੈਂਬਲੀ ਕਰ ਰਹੇ ਹਾਂ, ਅੱਜ ਇੱਥੇ ਬੈਠੇ ਪੰਥਕ ਅਸੈਂਬਲੀ, ਅੱਜ ਅਸੀਂ ਚੀਕਾਂ ਮਾਰਦੇ ਪਏ ਹਾਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਸਿੱਖਾਂ ਨੂੰ ਕਿੰਨੇ ਦੇਣਾ ਹੈ। ਹਾਂਜੀ, ਰਾਜਨੀਤਿਕ ਧਿਰਾਂ ਲਾਰੇ ਲਾਉਂਦੀਆਂ ਨੇ, ਕੋਈ ਸੋਹਾਂ ਚੁੱਕਦਾ ਹੈ, ਕੋਈ ਆਪਣੇ ਢੰਗ ਦਾ ਕੰਮ ਕਰਦਾ ਹੈ। ਦੂਜੇ ਪਾਸੇ ਅਦਾਲਤਾਂ ਨੇ, ਅਦਾਲਤਾਂ ਕਿਹਦੀ ਮਦਦ ਕਰਦੀਆਂ ਨੇ? ਜਿਹੜੇ ਲੋਕਾਂ ਨੇ ਸਾਰਾ ਕੁਝ ਕਰਵਾਇਆ ਹੁੰਦਾ ਹੈ, ਉਹ ਸਿੱਟ ਦੀ ਕੀਤੀ ਕਾਰਵਾਈ ਰੱਦ ਕਰਕੇ ਤੇ ਉਸ ਬੰਦੇ ਨੂੰ ਹੀ ਪਾਸੇ ਕਰ ਦਿੰਦੀਆਂ ਨੇ ਕਿ ਇਸ ਬੰਦੇ ਨੂੰ ਦੁਬਾਰਾ ਸਿੱਟ ਦਾ ਮੈਂਬਰ ਨਾ ਬਣਾਇਆ ਜਾਏ। ਇਹ ਜੱਜ ਦਾ ਕੰਮ ਥੋੜ੍ਹੀ ਹੈਗਾ, ਇਹ ਸਿੱਟਾਂ ਦੇ ਬਣਾਉਣ ਸਰਕਾਰਾਂ ਦਾ ਕੰਮ ਹੈ। ਸਾਡੀ ਅਸੈਂਬਲੀ ਹੈ ਉਹਦੀ ਡਿਊਟੀ ਬਣਦੀ ਹੈ ਕਿ ਉਹਨੇ ਲਾਏ ਨੇ ਆਰਡਰ ਨੂੰ ਜਾਂ ਘਟੀਆਂ ਘਟਨਾਵਾਂ ਦੇ ਉੱਤੇ ਕਿਵੇਂ ਉਹਨਾਂ ਨੇ ਉਹਦੇ ਨਤੀਜੇ ਕਿਵੇਂ ਸਮਾਜ ਨੂੰ ਸਾਹਮਣੇ ਦੇਣੇ ਜਵਾਬ ਦੇ। ਤੇ ਰਾਜਨੀਤਿਕ ਲੋਕ ਨੇ ਅਦਾਲਤਾਂ ਨੂੰ, ਤੇ ਉਹ ਜਿਹੜੀ ਗੱਲ ਇੱਕ ਕਿਹਦੇ ਬੰਦੇ ਦੇ ਉੱਤੇ ਦਿੱਤਾ ਜਾਏ ਕਿ ਸਿਪਾਹੀ ਜਾ ਕੇ ਐਪਲੀਕੇਸ਼ਨ ਪਾ ਰਿਹਾ ਜੀ ਇਹ ਸੀਟ ਸਾਡੇ ਖਿਲਾਫ ਕਰਿਆ ਜੀ ਫਲਾਣ, ਬਚਾ ਕਿਹਨੂੰ ਰਹੇ ਨੇ? ਉਸ ਸਮੇਂ ਦੀ ਰਾਜਨੀਤਿਕ ਧਿਰ ਨੂੰ ਜਿਹਦੇ ਵੇਲੇ ਇਹ ਕਾਂਡ ਵਾਪਰਿਆ ਸੀ। ਅਕਾਲੀ ਦਲ ਨੂੰ ਬਚਾਇਆ ਜਾ, ਨੇਤਾਵਾਂ ਨੂੰ ਬਚਾਇਆ ਜਾ ਰਿਹਾ, ਇੱਕ ਸਿਪਾਹੀ ਦੇ ਮਗਰ ਲੱਗ ਕੇ ਜਜਮੈਂਟ ਥੋੜ੍ਹੀ। ਇਸ ਕਰਕੇ ਅੱਜ ਦੀ ਜਿਹੜੀ ਅਸੈਂਬਲੀ ਹੈ ਇਹਨੂੰ ਇਸੇ 'ਤੇ ਬੇਸ ਕੀਤਾ ਗਿਆ ਕਿ ਉਹਦਾ ਅਸੀਂ ਲੀਗਲੀ ਤੌਰ 'ਤੇ ਕੀ ਐਕਸ਼ਨ ਲਈਏ, ਕੀ ਕੁਝ ਕਰੀਏ ਕਿ ਸਾਨੂੰ ਉਹਦੇ 'ਚ ਇਨਸਾਫ ਵਾਲੇ ਪਾਸੇ ਨੂੰ ਵੱਧ ਸਕੀਏ। ਇਸ ਲਈ ਅੱਜ ਦੀ ਅਸੈਂਬਲੀ ਦਾ ਜਿਹੜਾ ਮੁੱਖ ਮੰਤਵ ਇਸ 'ਤੇ ਕੇਂਦਰਿਤ ਕੀਤਾ ਸੀ। ਪਹਿਲਾ ਮੁੱਦਾ ਹੀ ਰੱਖਿਆ ਹੋਇਆ ਹੈ ਕਿ ਅਸੀਂ ਉੱਤੇ ਚਰਚਾ ਕਰਕੇ ਕੋਈ ਸਮਾਧਾਨ ਕੱਢ ਕੇ ਕੱਲ੍ਹ ਨੂੰ ਆਉਣ ਵਾਲੇ ਸਮੇਂ 'ਚ ਕੀ ਐਕਸ਼ਨ ਪਲਾਨ ਕੀ ਹੋਣਾ ਚਾਹੀਦਾ ਹੈ ਉਸ ਪਰ ਜਾ ਸਕੀਏ। ਸਾਡੇ ਮਤੇ ਆਉਣਗੇ, ਮਤਿਆਂ ਵਿੱਚ ਕੋਈ ਨਾ ਕੋਈ ਉਸ ਤਰ੍ਹਾਂ ਦੇ ਜਿਹੜੀਆਂ ਭਾਵਨਾਵਾਂ ਦਾ ਜੋ ਰਾਏ ਬਣ ਕੇ ਆਏਗੀ ਅਸੀਂ ਰੱਖਾਂਗੇ ਕੌਮ ਦੇ ਸਾਹਮਣੇ ਤੇ ਆਪਣੇ ਫਰਜ਼ ਦੀ ਅਦਾਇਗੀ ਕਰਾਂਗੇ। ਜੀ ਜੀ, ਮਤੇ ਜਿਹੜੇ ਹੁੰਦੇ ਨੇ ਅਕਸਰ ਬਹੁਤ ਵਾਰ ਮਤੇ ਨਿਕਲ ਕੇ ਸਾਹਮਣੇ ਆਏ ਨੇ, ਪਰ ਉਹਨਾਂ ਨੂੰ ਬਣਦਾ ਜਿਹੜਾ ਹੈਗਾ ਉਹ ਐਲਾਨ ਤਾਂ ਹੀ ਕਰ ਦਿੱਤਾ ਜਾਂਦਾ ਪਰ ਪ੍ਰਚਾਰਿਆ ਨਹੀਂ ਜਾਂਦਾ, ਪਸਾਰ ਦੀ ਘਾਟ ਰਹਿ ਜਾਂਦੀ ਹੈ। ਤੁਹਾਡੇ ਵੱਲੋਂ ਜਿਹੜੇ ਮਤੇ ਪਾਏ ਜਾਣਗੇ ਜਾਂ ਤੁਸੀਂ ਸਾਰੇ ਇੰਨੇ ਜਣੇ ਸਿਰ ਜੋੜ ਕੇ ਬੈਠੇ ਹੋ, ਫਰਜ਼ ਅਦਾ ਕਰਨ ਲੱਗੇ ਹੋਏ ਹੋ, ਆਉਣ ਵਾਲੇ ਸਮੇਂ ਦੇ ਵਿੱਚ ਉਮੀਦ ਹੈ ਵੀ ਉਹਨਾਂ 'ਤੇ ਸੁਰਖਰੂ ਹੋ ਸਕੋਗੇ? ਅਸੀਂ ਪਹਿਲੀ ਜਦੋਂ ਪੰਥਕ ਅਸੈਂਬਲੀ ਕੀਤੀ ਸੀ ਉਦੋਂ 3 ਜਿਹੜੇ ਕਮਿਸ਼ਨ ਬੈਠੇ ਸਨ, ਉਹਨਾਂ 3 ਕਮਿਸ਼ਨਾਂ 'ਤੇ ਕੀਤੀ ਸੀ। ਜੈਸੇ ਜੋਰਾ ਸਿੰਘ ਕਮਿਸ਼ਨ, ਜਿਹੜਾ ਰਣਜੀਤ ਸਿੰਘ ਕਮਿਸ਼ਨ, ਜੈਸੇ ਕਾਰਜੂ ਕਮਿਸ਼ਨ, ਜਿਹੜਾ ਲੋਕ ਪੀਪਲ ਸਾਡਾ ਕਮਿਸ਼ਨ ਬਿਠਾਇਆ ਗਿਆ ਸੀ। ਅਸੀਂ ਤਿੰਨਾਂ ਨੂੰ ਇਕੱਠਿਆਂ ਕਰਕੇ ਡਿਬੇਟ ਕੀਤੀ ਸੀ। ਡਿਬੇਟ ਕਰਨ ਤੋਂ ਬਾਅਦ ਅਸੀਂ ਉਹ ਸਾਰੇ ਵਾਕਿਆਤ ਨੂੰ ਲੈ ਕੇ ਇੱਕ ਕੱਚਾ ਚਿੱਠਾ ਨਾਂ ਦਾ ਕਿਤਾਬਚਾ ਛਾਪਿਆ ਸੀ। ਸਰਦਾਰ ਗੁਰਤੇਜ ਸਿੰਘ ਜੀ, ਸਰਦਾਰ ਜਸਪਾਲ ਸਿੰਘ ਲਿਖਿਆ। ਅਸੀਂ ਸਾਰੇ ਉਹ ਮੁੜ ਕੇ ਪਾਰਲੀਮੈਂਟ ਚੋਣਾਂ ਵਿੱਚ 19 'ਚ ਚੋਣਾਂ ਹੋਈਆਂ, ਉਦੋਂ ਖੂਬ ਉਹ ਵੰਡਿਆ ਗਿਆ, ਲੱਖਾਂ ਦੀ ਗਿਣਤੀ ਛਪ ਕੇ ਦਸਤਾਵੇਜ਼ ਬਣ ਕੇ ਗਿਆ ਕਿ ਦੇਖੋ ਕਿ ਇਹਨੇ ਆਹ ਕੀਤਾ, ਇਹਨੇ ਆਹ ਕੀਤਾ। ਅੱਜ ਕੌਮ ਦੇ ਕੋਲ ਦਸਤਾਵੇਜ਼ ਹੀ ਕੋਈ ਨਹੀਂ ਹੈ। ਉਸ ਤੋਂ ਬਾਅਦ ਵੀ ਅਸੀਂ ਅੱਜ ਵੀ ਜਦੋਂ ਬੈਠੇ ਹਾਂ, ਅਸੀਂ ਅੱਜ ਵੀ ਜਿਹੜਾ ਮਤਾ ਕਰਾਂਗੇ ਉਹ 'ਤੇ ਲਾਗੂ ਕਰਾਂਗੇ, ਉਹਦੇ ਵਾਸਤੇ ਕੰਮ ਕਰਾਂਗੇ। ਉਦੋਂ ਅਸੀਂ ਨਕੋਦਰ ਦੇ ਬੇਅਦਬੀ ਕਾਂਡ ਦੀ ਗੱਲ ਕੀਤੀ, ਪਰਿਵਾਰ ਨਾਲ ਅਸੀਂ ਸੰਪਰਕ ਵਿੱਚ ਰਹੇ ਹਾਂ। ਅੱਜ ਪਰਿਵਾਰ ਆਪਣੀ ਲੜਾਈ ਲੜਦਾ ਪਿਆ, ਸਾਡੀ ਲੋੜ ਹੋਏਗੀ ਅਸੀਂ ਪੂਰੀ ਤਰ੍ਹਾਂ ਸਾਥ ਦੇਣ ਲਈ ਤਿਆਰ ਬੈਠੇ ਹਾਂ। ਅਸੀਂ ਕੋਈ ਉਹ ਗੱਲ ਨਹੀਂ ਕਰਨੀ ਚਾਹੁੰਦੇ ਜਿਹਨੂੰ ਅਸੀਂ ਅਮਲ ਵਿੱਚ ਨਾ ਲੈ ਕੇ ਆਈਏ, ਕੇਵਲ ਗੱਲ ਕਰਨ ਲਈ ਮਤਾ ਬਣਾ ਲਈਏ। ਸਾਨੂੰ ਕੋਈ ਸ਼ੋਹਰਤ ਨਹੀਂ ਚਾਹੀਦੀ। ਅਸੀਂ ਸੇਵਕ ਦੇ ਤੌਰ 'ਤੇ ਬੈਠੇ ਹਾਂ ਅਤੇ ਸੇਵਾਦਾਰੀ ਕਰਨ ਦਾ ਯਤਨ ਕਰਾਂਗੇ। ਉਮੀਦ ਹੈ ਵੀ ਤੁਹਾਨੂੰ ਰਿਸਪੌਂਸ ਮਿਲੇਗਾ। ਕਈ ਵਾਰ ਜਿਹੜੇ ਰਾਜਨੀਤਿਕ ਧਿਰ ਹੁੰਦੀ ਹੈ ਉਹ ਪੰਥਕ ਧਿਰਾਂ ਦੇ ਉੱਪਰ ਹਾਵੀ ਹੋ ਜਾਂਦੀ ਹੈ। ਜੇ ਆਪਾਂ ਅਕਾਲ ਤਖਤ ਦੀ ਗੱਲ ਕਰੀਏ ਉੱਥੇ ਵੀ ਇਹੀ ਗੱਲਾਂ ਚੱਲਦੀਆਂ ਨੇ ਵੀ ਰਾਜ ਨਹੀਂ ਸੇਵਾ ਦੀ ਗੱਲ ਸਾਹਮਣੇ ਆ ਜਾਂਦੀ ਹੈ, ਪਰ ਕੌਮੇ ਕਿਤੇ ਹੋਰ ਲੱਗ ਜਾਂਦੇ ਨੇ। ਨਹੀਂ, ਜਿੱਥੋਂ ਤੱਕ ਸਾਨੂੰ ਆਪਣੀ ਨੀਅਤ ਜਿਹੜੀ ਨਾ ਸਪਸ਼ਟ ਰੱਖਣੀ ਚਾਹੀਦੀ ਹੈ ਅਤੇ ਨਾ ਹੀ ਸਾਨੂੰ ਕਿਸੇ ਰਾਜਨੀਤਿਕ ਧਿਰ ਦਾ ਭੈ ਮੰਨਣਾ ਚਾਹੀਦਾ, ਨਾ ਪ੍ਰਭਾਵ ਮੰਨਣਾ ਚਾਹੀਦਾ। ਸਾਨੂੰ ਆਪਣਾ ਨਿਸ਼ਾਨਾ ਸਪਸ਼ਟ ਰੱਖਣਾ ਚਾਹੀਦਾ, ਕੰਮ ਕਰਨਾ ਚਾਹੀਦਾ ਹੈ। ਇਸੇ ਲਈ ਅਸੀਂ ਖੁੱਲ੍ਹ ਕੇ ਕੰਮ ਕਰ ਰਹੇ ਹਾਂ। ਭਾਵੇਂ ਉਹ ਕੌਮ ਦਾ ਕੋਈ ਵੀ ਮੁੱਦਾ ਹੋਵੇ, ਅਸੀਂ ਆਪਣੀ ਆਵਾਜ਼ ਜਿਹੜੀ ਹੈ ਕੋਸ਼ਿਸ਼ ਕਰਦੇ ਹਾਂ ਕਿ ਬੁਲੰਦ ਕੀਤੀ ਜਾਏ। ਸ਼੍ਰੀ ਅਕਾਲ ਤਖਤ ਦੀ ਪ੍ਰਭੂ ਸੱਤਾ ਬਾਰੇ ਵੀ ਅੱਜ ਗੱਲ ਚੱਲੇਗੀ, ਹੋਰ ਵਿਦਵਾਨ ਵੀ ਤੁਹਾਡੇ ਨਾਲ ਚਰਚਾ ਕਰਨਗੇ। ਅਸੀਂ ਚਾਹੁੰਦੇ ਹਾਂ ਕਿ ਅੱਜ ਕੌਮ ਨੇ ਅੱਗੇ ਵਧਣਾ ਹੈ ਅਤੇ ਕੁਝ ਠੋਸ ਤਬਦੀਲੀਆਂ ਚਾਹੀਦੀਆਂ ਨੇ, ਉਹਦੇ ਵਾਸਤੇ ਅੱਗੇ ਵਧਿਆ ਜਾਏ। ਇੱਕ ਪੰਥਕ ਅਸੈਂਬਲੀ ਇੱਕ ਸਾਡੇ ਕੋਲ ਇੱਕ ਆਧਾਰ ਹੈ ਗੱਲ ਕਰਨ ਦੇ ਢੰਗ ਤਰੀਕੇ ਦਾ। ਹਾਂਜੀ, ਕਿਉਂਕਿ ਆਮ ਹਾਲਤਾਂ ਵਿੱਚ ਸਾਡੇ ਕੋਲ ਕੋਈ ਇਸ ਤਰ੍ਹਾਂ ਦਾ ਹੈ ਨਹੀਂ। ਨਾ ਸ਼੍ਰੋਮਣੀ ਕਮੇਟੀ ਕੋਈ ਕੌਮੀ ਮੁੱਦਿਆਂ 'ਤੇ ਚਰਚਾ ਕਰਾ ਪਾ ਰਹੀ ਹੈ,
ਨਾ ਅਕਾਲ ਤਖਤ ਵੱਲੋਂ ਕੋਈ ਇਸ ਤਰ੍ਹਾਂ ਦਾ ਵਾਤਾਵਰਣ ਸਿਰਜਿਆ ਜਾ ਰਿਹਾ, ਨਾ ਕੋਈ ਹੋਰ ਸਾਡੀਆਂ ਸੰਸਥਾਵਾਂ ਕੋਈ ਚਰਚਾ ਦੇ ਲਈ ਵਾਤਾਵਰਣ ਸਿਰਜ ਰਹੀਆਂ ਨੇ। ਇਹ ਤਾਂ 18 'ਚ ਪਹਿਲੇ ਵਾਰ ਬੈਠੇ ਹਾਂ, ਫਿਰ ਲੁਧਿਆਣੇ ਬੈਠੇ ਹਾਂ, ਫਿਰ ਤੀਜੀ ਵਾਰ ਅੱਜ ਅਸੀਂ ਓਪਨ ਬੈਠ ਰਹੇ ਹਾਂ, ਵਰਚੁਅਲ ਤੌਰ 'ਤੇ ਅਸੀਂ ਗੱਲ ਕਰ ਰਹੇ ਹਾਂ, ਪੂਰੇ ਸੰਸਾਰ ਭਰ ਦੇ ਵਿੱਚੋਂ ਨੁਮਾਇੰਦੇ ਸਿੱਖਾਂ ਨਾਲ ਗੱਲ ਕਰਨ ਦਾ ਯਤਨ ਕਰ ਰਹੇ ਹਾਂ। ਇੱਕ ਕੋਸ਼ਿਸ਼ ਹੈ, ਅਸੀਂ ਗੁਰੂ ਅੱਗੇ ਅਰਦਾਸ ਵੀ ਕਰਦੇ ਹਾਂ, ਆਪਣੇ ਲਈ ਵੀ ਕਰਦੇ ਹਾਂ, ਸਿੱਖ ਸਮਾਜ ਲਈ ਵੀ ਕਰਦੇ ਹਾਂ ਕਿ ਅਸੀਂ ਕੋਈ ਸੱਚੀ ਮੁੱਚੀ ਆਪਣੇ ਗੁਰੂ ਦੇ ਇਮਾਨਦਾਰੀ ਨਾਲ ਸੇਵਾ 'ਚ ਖੜੇ ਹੋ ਸਕੀਏ, ਆਪਣਾ ਫਰਜ਼ ਅਦਾ ਕਰ ਸਕੀਏ। 3 ਜਿਹੜੀਆਂ ਨੇ ਪੰਥਕ ਅਸੈਂਬਲੀਆਂ ਬੁਲਾਈਆਂ ਤੁਸੀਂ, ਤੁਹਾਡੇ ਕਹਿਣ ਦੇ ਮੁਤਾਬਕ ਕਿੰਨਾ ਕੁ ਰਿਸਪੌਂਸ ਮਿਲਿਆ ਹੈ ਤਿੰਨਾਂ ਦਾ, ਜੇ ਆਪਾਂ ਇਕੱਠਾ ਚਿੱਠਾ ਸਾਹਮਣੇ ਰੱਖਣਾ ਹੋਵੇ? ਜਿੱਥੋਂ ਤੱਕ ਅਸੀਂ ਕਹਿੰਦੇ ਹਾਂ, ਜਿਹੜਾ ਚਰਚਾਵਾਨ ਸਿੱਖ ਹੈ, ਜਿਹੜਾ ਵਿਚਾਰਾਂ ਕਰਨ ਵਿੱਚ ਵਿਸ਼ਵਾਸ ਰੱਖਦਾ ਹੈ, ਜਾਂ ਕੌਮ ਦਾ ਉਹ ਹਿੱਸਾ ਜਿਹੜਾ ਸੱਚੀ ਇਹਨਾਂ ਵਿਚਾਰਾਂ ਦੇ ਲਈ ਇੰਤਜ਼ਾਰ ਕਰਦਾ ਹੈ, ਉਹ ਤੇ ਪੱਬਾਂ ਭਾਰ ਹੋ ਜਾਂਦਾ ਹੈ ਕਿ ਇਹ ਬਹੁਤ ਵਧੀਆ ਉਪਰਾਲਾ ਹੈ। ਕਿਉਂਕਿ ਕੌਮ ਨੂੰ ਇਸ ਤਰ੍ਹਾਂ ਸੁਣਨ ਲਈ ਮਿਲਦਾ ਹੀ ਨਹੀਂ। ਇੱਥੇ ਕੀ ਹੁੰਦਾ, ਸਿਆਸੀ ਬਦਲਾਖੋਰੀ ਦੇ ਲੈਕਚਰ ਸੁਣਨ ਲਈ ਮਿਲਦੇ ਨੇ, ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਗੱਲ ਚੱਲਦੀ ਹੈ। ਇੱਥੇ ਇਹ ਜਿਹੜਾ ਸਾਡਾ ਚਰਚਾ ਦਾ ਮੰਚ ਹੈ, ਇੱਥੇ ਨੀਵਾਂ ਦਿਖਾਉਣ ਦਾ ਕੋਈ ਮੰਤਵ ਨਹੀਂ ਹੈ। ਇੱਥੇ ਲੋਕਾਂ ਦੀ ਭਾਵਨਾ ਅੰਦਰ ਸੱਚ ਪ੍ਰਵੇਸ਼ ਕਰਕੇ ਜ਼ਿੰਮੇਵਾਰ ਬਣਾਉਣ ਦਾ ਇੱਕ ਛੋਟਾ ਜਿਹਾ ਅਹਿਸਾਸ ਹੈ ਕਿ ਅਸੀਂ ਜ਼ਿੰਮੇਵਾਰ ਬਣ ਕੇ ਅੱਗੇ ਨਿਕਲੀਏ ਅਤੇ ਜ਼ਿੰਮੇਵਾਰ ਸੰਭਾਲੀਏ। ਇਸ ਕਰਕੇ ਲੋਕ ਬਹੁਤ ਸੁੰਦਰ ਢੰਗ ਨਾਲ ਜਿਨ੍ਹਾਂ ਨੂੰ ਆਵਾਜ਼ ਮਾਰੀ ਜਾਂਦੀ, ਉਹ ਵੀ ਜਿਹੜੇ ਬਾਹਰ ਬਹਿ ਕੇ ਸੁਣਦੇ ਨੇ, ਉਹ ਵੀ ਇਸ ਗੱਲ ਦੇ ਇੰਤਜ਼ਾਰ ਵਿੱਚ ਰਹਿੰਦੇ ਨੇ। ਕਰੋਨਾ ਨੇ ਸਾਨੂੰ ਇਸ ਤਰ੍ਹਾਂ ਲਿਆਂਦਾ, ਨਹੀਂ ਤਾਂ ਅਪ੍ਰੈਲ ਮਹੀਨੇ ਵਿੱਚ ਅਸੀਂ ਫਿਜ਼ੀਕਲ ਤੌਰ 'ਤੇ ਅਸੀਂ ਅੰਮ੍ਰਿਤਸਰ ਜਗ੍ਹਾ ਵੀ ਤਲਾਸ਼ ਕਰ ਲਈ, ਜਾ ਕੇ ਜਿੱਥੇ ਫੈਨ ਕਰਨੀ ਸੀ ਵੇਖ ਲਈ। ਉਹ ਕਰੋਨਾ ਦਾ ਜੇ ਦੂਜੀ ਵੇਵ ਨਾ ਹੁੰਦੀ ਤਾਂ ਅਸੀਂ ਉਦੋਂ ਕਰ ਲੈਣੀ ਸੀ, ਕਿਉਂਕਿ ਸਾਡੇ ਸਾਹਮਣੇ ਉਦੋਂ ਵੀ ਇਹੀ ਸੀ। ਅਤੇ ਹੁਣ ਵੀ ਅਸੀਂ ਚਾਹਾਂਗੇ ਕਿ ਜਿੰਨੀ ਛੇਤੀ ਆਉਣ ਵਾਲੇ ਸਮੇਂ 'ਚ ਹੋਵੇ ਕਿ ਅਸੀਂ ਆਮਣੇ ਸਾਹਮਣੇ ਬਹਿ ਕੇ ਇਸ ਚਰਚਾ ਦੇ ਵਿਸ਼ੇ ਨੂੰ ਹੋਰ ਵੱਡਾ ਕਰੀਏ, ਸੰਸਾਰ ਭਰ ਦੇ ਵਿਚਾਰਵਾਨਾਂ ਨੂੰ ਨਾਲ ਲੈ ਕੇ ਕੌਮੀ ਜਜ਼ਬਿਆਂ ਨੂੰ ਵਿਚਾਰ ਸਕੀਏ ਅਤੇ ਕੌਮ ਦੇ ਅੱਗੇ ਪੇਸ਼ ਕਰ ਸਕੀਏ। ਤੁਹਾਡੇ ਕਹਿਣ ਦੇ ਮੁਤਾਬਕ ਇੱਦਾਂ ਪੰਥਕ ਜਿਹੜੀ ਹੈਗੀ ਆ ਚਰਚਾ ਦੀ ਬਹੁਤ ਜ਼ਿਆਦਾ ਕੌਮ ਦੇ ਵਿੱਚ ਘਾਟ ਹੈਗੀ ਆ, ਅਤੇ ਅਸੀਂ ਵੇਖਿਆ ਵੀ ਪੜ੍ਹੇ ਲਿਖੇ ਇਨਸਾਨ ਬੈਠੇ ਨੇ, ਚੰਗੀਆਂ ਗੱਲਾਂ ਕਰਦੇ ਨੇ, ਫੋਰਨ ਤੋਂ ਵੀ ਬਹੁਤ ਸਾਰੇ ਲੋਕ ਜਿਹੜੇ 1-1 2-2 ਵੱਜ ਗਏ ਚਾਹੇ ਉੱਥੇ, ਉਹ ਵੀ ਨਾਲ ਜੁੜੇ ਨੇ, ਚੰਗੀਆਂ ਗੱਲਾਂ ਹੋਈਆਂ ਨੇ। ਨੌਜਵਾਨਾਂ ਦਾ ਕਿੰਨਾ ਕੁ ਸਹਿਯੋਗ ਹੈ? ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਬਾਂਗ ਡੋਰ ਆਉਣ ਵਾਲੇ ਸਮੇਂ ਦੀ ਜਿਹੜੀ ਹੈ ਨੌਜਵਾਨਾਂ ਨੇ ਸੰਭਾਲਣੀ ਹੈ। ਸਾਨੂੰ ਖੁਸ਼ੀ ਹੈ ਜੀ, ਤੁਸੀਂ ਦੇਖ ਰਹੇ ਹੋ ਅਗਲਾ ਸਾਡਾ ਅੱਜ ਮੀਡੀਆ ਕੰਟਰੋਲਰ ਸਾਡਾ ਨੌਜਵਾਨ ਹੀ ਬੈਠਾ ਹੈ। ਹਾਂਜੀ, ਕੋਈ ਸਾਨੂੰ ਉਸ ਮੀਡੀਆ ਦੀ ਜਾਣਕਾਰੀ ਨਹੀਂ ਹੈ ਕਿ ਵੀਡੀਓ ਸਾਡੇ ਨਾਲ ਵੈਸੇ ਭਾਵੇਂ ਇਸਤਰੀ ਰੂਪ ਵਿੱਚ ਹੈ, ਦੂਜੇ ਭਾਈਬੰਦੀ ਰੂਪ ਵਿੱਚ ਸਾਡੇ ਨਾਲ ਬੈਠ ਕੇ ਚਰਚਾ ਵੀ ਕਰਦੇ ਨੇ, ਮੁੱਦਿਆਂ ਨੂੰ ਸਮਝਦੇ ਵੀ ਨੇ। ਕਿ ਆਉਣ ਵਾਲੇ ਕੱਲ੍ਹ ਇਖਤਿਆਰੀ ਕਰਵਾ ਰਹੇ ਹਾਂ ਕਿ ਭਾਈ ਸਾਡੀ ਵਾਰੀ ਤਾਂ ਖਤਮ ਹੈ, ਹੁਣ ਤੁਹਾਡੀ ਵਾਰੀ ਸ਼ੁਰੂ ਹੈ, ਅਤੇ ਅਸੀਂ ਤਾਂ ਆਉਣ ਵਾਲੇ ਸਮੇਂ ਚਾਹਾਂਗੇ ਕਿਉਂਕਿ ਖਾਸ ਤੌਰ 'ਤੇ ਇੱਕ ਕੇਵਲ ਅਤੇ ਕੇਵਲ ਨੌਜਵਾਨਾਂ ਨੂੰ ਹੀ ਇਹ ਮੰਚ ਜਿਹੜਾ ਹੈ ਉਹ ਦਿੱਤਾ ਜਾਏ ਕਿ ਨੌਜਵਾਨਾਂ ਦੀ ਪੰਥਕ ਅਸੈਂਬਲੀ ਜਿਹੜੀ ਹੈ, ਧੀਆਂ ਪੁੱਤਰ ਸਾਡੇ ਬੈਠਣ, ਉਹ ਪੰਥ ਬਾਰੇ ਕੀ ਸੋਚਦੇ ਨੇ, ਪੰਥਕ ਮੁੱਦਿਆਂ ਬਾਰੇ ਉਹਨਾਂ ਦਾ ਕੀ ਨਜ਼ਰੀਆ ਹੈ। ਜਿਵੇਂ ਅੱਜ ਗੁਰਿੰਦਰ ਸਿੰਘ ਜੀ ਬਾਹਰੋਂ ਵਿਦੇਸ਼ ਤੋਂ ਬੈਠੇ ਸਾਡੇ ਨਾਲ ਸ਼ਾਮਲ ਹੋਏ ਸਨ, ਅਤੇ ਉਹ ਗੱਲ ਕਰ ਰਹੇ ਸਨ ਕਿ ਬਾਹਰ ਦੇ ਬੱਚੇ ਵੀ ਅਸੀਂ ਆਪਣੇ ਵਿਰਸੇ ਨਾਲ ਜੁੜ ਰਹੇ ਹਾਂ। ਇਹ ਸਾਡਾ ਮਨ ਦੀ ਮਨਸ਼ਾ ਹੈ ਕਿ ਆਉਣ ਵਾਲਾ ਕੱਲ੍ਹ ਆਵੇ, ਸਾਨੂੰ ਮੌਕਾ ਮਿਲੇ, ਅਸੀਂ ਨੌਜਵਾਨਾਂ ਨੂੰ ਆਵਾਜ਼ ਮਾਰ ਕੇ 100 200 400 ਨੌਜਵਾਨ ਇਸ ਅਸੈਂਬਲੀ ਰੂਪ ਦੇ ਵਿੱਚ ਉਹਨਾਂ ਨੂੰ ਪੰਥਕ ਜ਼ਿੰਮੇਵਾਰੀਆਂ ਦੀ ਸਮਝ ਨੂੰ ਅੱਗੇ ਲੈਣ ਲਈ ਅਤੇ ਅੱਗੇ ਆਉਣ ਲਈ ਇਹਨਾਂ ਆਵਾਜ਼ ਮਾਰ ਸਕੀਏ। ਸਾਡੀ ਮਨਸ਼ਾ ਇਹ ਚਾਹੁੰਦੇ ਹਾਂ ਜੋ ਪਿੱਛੇ ਕਮੀਆਂ ਰਹਿ ਗਈਆਂ, ਇਹਨਾਂ ਦੂਰ ਕੀਤਾ ਜਾਏ। ਬਹੁਤ ਬਹੁਤ ਧੰਨਵਾਦ ਜੀ। ਪੰਥਕ ਜ਼ਿੰਮੇਵਾਰੀਆਂ ਨੂੰ ਜਿਹੜਾ ਹੈਗਾ ਉਹ ਅਹਿਸਾਸ ਦੇ ਨਾਲ ਅੰਦਰੋਂ ਨਿਭਾਉਣਾ ਸਾਡਾ ਮੁੱਢਲਾ ਫਰਜ਼ ਬਣਦਾ ਹੈ। ਜੇ ਇਸ ਤਰ੍ਹਾਂ ਦੀਆਂ ਅਸੈਂਬਲੀਆਂ ਬੁਲਾਈਆਂ ਜਾਣਗੀਆਂ, ਸਿਰ ਜੋੜ ਕੇ ਬੈਠਾਂਗੇ, ਮਿਲ ਕੇ ਬੈਠਾਂਗੇ, ਹੋ ਸਕਦਾ ਆਪਸ ਵਿੱਚ ਹੀ ਵਿਚਾਰ ਕਿਸੇ ਦੇ ਜ਼ਿਆਦਾ ਨਾ ਮਿਲਦੇ ਹੋਣ, ਪਰ ਫਿਰ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮੁੱਦਾ ਹੈ। ਕਿਉਂਕਿ ਸਾਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ, ਹਰ ਸਿੱਖ ਚਾਹੇ ਉਹ ਡੇਰੇ ਦੇ ਵਿੱਚ ਰਹਿੰਦਾ ਹੈ, ਚਾਹੇ ਉਹ ਟਕਸਾਲ ਦੇ ਵਿੱਚ ਰਹਿੰਦਾ ਹੈ, ਚਾਹੇ ਉਹ ਮਿਸ਼ਨਰੀ ਕਾਲਜ ਦੇ ਵਿੱਚ ਰਹਿੰਦਾ ਹੈ, ਚਾਹੇ ਉਹ ਆਪਣਾ ਪਰਸਨਲ ਤੌਰ ਦੇ ਉੱਪਰ ਸਹਿਜ ਪਾਠ ਘਰ ਦੇ ਵਿੱਚ ਕਰਦਾ ਹੈ, ਚਾਹੇ ਅਖੰਡ ਪਾਠ ਕਰਦਾ ਹੈ, ਉਹਦਾ ਜਿਹੜਾ ਮੇਨ ਹੈਗਾ ਧੁਰਾ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ। ਵਿਚਾਰਧਾਰਾ ਦੇ ਬਹੁਤ ਸਾਰੇ ਵਿਖਰੇਵੇਂ ਨੇ, ਡੇਰੇਦਾਰਾਂ ਦੀ ਆਪਣੀ ਮਰਿਆਦਾ ਹੈ, ਟਕਸਾਲ ਦੀ ਆਪਣੀ ਮਰਿਆਦਾ ਹੈ, ਪੰਥਕ ਮਰਿਆਦਾ ਅਕਾਲ ਤਖਤ ਦੀ ਉਹ ਆਪਣੀ ਮਰਿਆਦਾ ਹੈ। ਵੈਸੇ ਮੰਨਣੀ ਉਹ ਚਾਹੀਦੀ ਹੈ ਸਾਨੂੰ ਸਾਰਿਆਂ ਨੂੰ। ਆਪਾਂ ਇੰਝ ਕਹਿ ਸਕਦੇ ਹਾਂ ਵੀ ਜੇ ਆਪਾਂ ਸਾਰੇ ਇਕੱਠੇ ਹੋ ਕੇ ਬੈਠਾਂਗੇ ਤਾਂ ਸਾਡੇ ਜਿਹੜੇ ਝਮੇਲੇ ਨੇ ਆਪਸ ਵਿੱਚ ਹੀ, ਜਿਹੜੀਆਂ ਸਾਡੀਆਂ ਛੋਟੀਆਂ ਗੱਲਾਂ ਦੇ ਉੱਪਰ ਜਿਹੜੀਆਂ ਰੰਜਿਸ਼ਾਂ, ਇੱਕ ਦੂਜੇ ਨਾਲ ਈਰਖਾ, ਸਾੜਾ, ਦਵੈਹ ਭਾਵਨਾ ਬਣੀ ਹੋਈ ਹੈ ਨਾ, ਅਤੇ ਉਹ ਮਿਲ ਕੇ ਬੈਠ ਕੇ ਹੀ ਦੂਰ ਹੋ ਸਕਦੀ ਹੈ। ਉਹ ਤਾਂ ਹੋਏਗੀ ਜੇ ਇਸ ਤਰ੍ਹਾਂ ਪੰਥਕ ਅਸੈਂਬਲੀਆਂ ਬੁਲਾਈਆਂ ਜਾਣਗੀਆਂ, ਇਕੱਤਰਤਾ ਹੋਇਆ ਕਰਨਗੀਆਂ, ਅਤੇ ਉੱਥੋਂ ਬੈਠ ਕੇ ਕੁਝ ਅਹਿਮ ਚੰਗੇ ਫੈਸਲੇ ਨਿਕਲ ਸਕਦੇ ਨੇ। ਤੁਸੀਂ ਦੇਖ ਰਹੇ ਹੋ ਸੁਰਖਾਬ TV, ਮੈਂ ਅਮਰਪ੍ਰੀਤ ਸਿੰਘ ਗੁੱਜਰਵਾਲ।